ਇੱਕ ਵਾਰ ਦੀ ਗੱਲ ਹੈ, ਇੱਕ ਨਗਰ ਦੇ ਵਿੱਚ ਇੱਕ ਕਿਸਾਨ ਰਹਿੰਦਾ ਸੀ। ਉਸ ਦੀ ਮਿਹਨਤ ਨੂੰ ਪ੍ਰਮਾਤਮਾ ਨੇ ਇੰਨੀ ਕੁ ਮਿਹਰ ਪਾਈ ਸੀ, ਇੰਨੀ ਕੁ ਬਰਕਤ ਬਖਸ਼ੀ ਸੀ ਕਿ ਉਸਨੇ ਹਰ ਇੱਕ ਉਹ ਚੀਜ਼ ਹਾਸਲ ਕਰ ਲਈ ਸੀ ਜਿਸ ਨੂੰ ਹਾਸਲ ਕਰਨ ਬਾਰੇ ਇੱਕ ਆਮ ਆਦਮੀ ਸੁਪਨੇ ਲੈਂਦਾ ਹੈ। ਉਸ ਦੀ ਮਿਹਨਤ ਸਦਕਾ ਉਸਨੇ ਬਹੁਤ ਜ਼ਿਆਦਾ ਜ਼ਮੀਨ ਜਾਇਦਾਦ, ਬਹੁਤ ਕੁਝ ਖਰੀਦ ਲਿਆ ਸੀ। ਉਸਨੇ ਇੰਨਾ ਕੁ ਸੋਹਣਾ ਘਰ ਬਣਾਇਆ ਸੀ ਜਿਵੇਂ ਕੋਈ ਮਹਿਲ ਹੋਵੇ। ਪਰਮਾਤਮਾ ਦੀ ਮਿਹਰ ਸਦਕਾ ਉਹਦੇ ਕੋਲੇ ਹਰੇਕ ਦੁਨਿਆਵੀ ਸ਼ੈ ਮੌਜੂਦ ਸੀ। ਇੰਨੀ ਕੁ ਕਿਰਪਾ ਉਸ ਦੇ ਉੱਤੇ ਪਰਮਾਤਮਾ ਦੀ ਹੋਈ ਕਿ ਉਸ ਦਾ ਸਾਥ ਇੱਕ ਬਹੁਤ ਸੁੰਦਰ, ਸੁਸ਼ੀਲ, ਮਿਹਨਤੀ ਬੀਵੀ ਦੇ ਨਾਲ ਕਰਵਾਇਆ। ਉਸ ਤੋਂ ਅੱਗੇ ਉਸ ਨੂੰ ਬਹੁਤ ਹੀ ਪਿਆਰਾ ਬੇਟਾ ਦਿੱਤਾ। ਉਹਦੇ ਕੋਲੇ ਪਰਮਾਤਮਾ ਦੀ ਹਰ ਇੱਕ ਦੁਨਿਆਵੀ ਸ਼ੈ ਸੀ। ਜੇ ਨਹੀਂ ਸੀ ਤੇ ਉਹਦੇ ਕੋਲੇ ਇੱਕ ਵੱਡਾ ਦਿਲ ਨਹੀਂ ਸੀ। ਉਹ ਹਮੇਸ਼ਾ ਕੰਜੂਸੀ ਕਰਦਾ ਸੀ, ਦਾਨ ਨਹੀਂ ਸੀ ਦਿਆ ਕਰਦਾ। ਉਹ ਇਹ ਚੀਜ਼ ਮੰਨਣ ਤੋਂ ਹਮੇਸ਼ਾ ਇਨਕਾਰੀ ਸੀ ਕਿ ਪਰਮਾਤਮਾ ਦੀ ਬਖਸ਼ਿਸ਼ ਦੇ ਵਿੱਚੋਂ ਜੇ ਕੁਝ ਹਿੱਸਾ ਕਿਸੇ ਲੋੜਵੰਦ ਨੂੰ, ਕਿਸੇ ਗਰੀਬ ਮਸਕੀਨ ਨੂੰ ਦਾਨ ਕਰ ਦਈਏ ਤੇ ਉਹ ਵੱਧਦਾ ਫੁੱਲਦਾ ਹੈ। ਉਹ ਹਮੇਸ਼ਾ ਇਹ ਕਹਿੰਦਾ ਸੀ ਕਿ ਮੈਨੂੰ ਮੇਰੇ ਹਿੱਸੇ ਦਾ ਪਰਮਾਤਮਾ ਨੇ ਦਿੱਤਾ ਹੈ ਤੇ ਲੋੜਵੰਦ ਨੂੰ ਉਹਦੇ ਹਿੱਸੇ ਦਾ ਪਰਮਾਤਮਾ ਆਪੇ ਦੇਵੇਗਾ, ਮੈਂ ਦਾਨ ਨਹੀਂ ਕਰਾਂਗਾ। ਇਸ ਕਰਕੇ ਹੌਲੀ ਹੌਲੀ ਉਹਦੇ ਵਿੱਚ ਹੰਕਾਰ ਵੀ ਆਉਂਦਾ ਗਿਆ। ਉਹਦੇ ਦਰ ਤੇ ਕੋਈ ਵੀ ਆਉਂਦਾ, ਕੋਈ ਵੀ ਸਵਾਲੀ ਆਉਂਦਾ, ਕੋਈ ਵੀ ਫਰਿਆਦੀ ਆਉਂਦਾ, ਉਸ ਨੂੰ ਲੜਦਾ, ਝਗੜਦਾ, ਉਸ ਦੀ ਬੇਇੱਜ਼ਤੀ ਕਰਦਾ ਤੇ ਉਸ ਨੂੰ ਖਾਲੀ ਹੱਥ ਮੋੜ ਦਿਆ ਕਰਦਾ। ਉਸ ਨੂੰ ਇਸ ਚੀਜ਼ ਦਾ ਹੰਕਾਰ ਹੋ ਗਿਆ ਸੀ ਕਿ ਮੇਰੇ ਜਿੰਨੀ ਜ਼ਮੀਨ ਕਿਸੇ ਕੋਲ ਨਹੀਂ। ਉਸ ਨੂੰ ਇਸ ਚੀਜ਼ ਦਾ ਵੀ ਹੰਕਾਰ ਸੀ ਕਿ ਮੇਰੇ ਖੇਤਾਂ ਜਿੰਨੀ ਪੈਦਾਵਾਰ ਹੋਰ ਕਿਤੇ ਨਹੀਂ ਹੁੰਦੀ। ਉਸ ਨੂੰ ਇਸ ਚੀਜ਼ ਦਾ ਵੀ ਹੰਕਾਰ ਸੀ ਕਿ ਜਿੰਨਾ ਸੋਨਾ, ਚਾਂਦੀ, ਹੀਰੇ ਜਵਾਹਰਾਤ ਮੇਰੇ ਘਰ ਪਏ ਨੇ, ਇਸ ਨੇੜੇ ਤੇੜੇ ਨਗਰਾਂ ਦੇ ਵਿੱਚ ਸ਼ਾਇਦ ਹੀ ਕੋਈ ਹੋਰ ਮੇਰੇ ਜਿੱਡਾ ਧਨਾੜ ਹੋਵੇਗਾ। ਸੋ ਹੌਲੀ ਹੌਲੀ ਉਹਦੇ ਵਿੱਚ ਹੰਕਾਰ ਆਉਂਦਾ ਗਿਆ। ਇੱਕ ਦਿਨ ਕੀ ਹੋਇਆ ਕਿ ਇੱਕ ਮਹਾਰਿਸ਼ੀ, ਇੱਕ ਬਹੁਤ ਹੀ ਗੁਣੀ ਗਿਆਨੀ ਸੰਤ ਬਾਬਾ ਪਹਾੜਾਂ ਤੋਂ ਬਹੁਤ ਜ਼ਿਆਦਾ ਤਪੱਸਿਆ ਕਰਕੇ ਉਸ ਦੇ ਦਰ ਤੇ ਆ ਗਿਆ। ਉਸਨੇ ਆ ਕੇ ਆਵਾਜ਼ ਲਗਾਈ ਕਿ ਹੇ ਬੱਚਾ, ਕੋਈ ਘਰ ਵਿੱਚ ਹੈ? ਤਾਂ ਉਸ ਕਿਸਾਨ ਦੇ ਇੱਕ ਛੋਟੇ ਜਿਹੇ ਪੁੱਤਰ ਨੇ, ਜਿਸ ਦੀ ਉਮਰ ਮਹਿਜ ਹਜੇ 7-8 ਸਾਲ ਹੋਵੇਗੀ, ਉਸਨੇ ਆਵਾਜ਼ ਸੁਣੀ। ਉਸਨੇ ਆਪਣੇ ਬਾਪ ਨੂੰ ਆਵਾਜ਼ ਦਿੱਤੀ ਕਿ ਬਾਪੂ ਜੀ, ਦਰ ਤੇ ਕੋਈ ਫਰਿਆਦੀ ਆਇਆ ਹੈ। ਸੰਤ ਮਹਾਂਪੁਰਸ਼ ਆਏ ਨੇ, ਉਹਨਾਂ ਨੂੰ ਭੁੱਖ ਲੱਗੀ ਹੈ, ਕੁਝ ਖਾਣ ਲਈ ਮੰਗ ਰਹੇ ਨੇ। ਇੰਨੀ ਗੱਲ ਸੁਣੀ ਤਾਂ ਉਹ ਜਿਹੜਾ ਬੰਦਾ ਇਸ ਵੇਲੇ ਹੰਕਾਰਿਆ ਹੋਇਆ ਸੀ, ਉਸਨੇ ਆ ਕੇ ਉਹਨਾਂ ਦੇ ਨਾਲ ਬਦਜ਼ੁਬਾਨੀ ਕਰਨੀ ਸ਼ੁਰੂ ਕਰ ਦਿੱਤੀ। ਉਸਨੇ ਇਹ ਨਹੀਂ ਦੇਖਿਆ ਕਿ ਮਹਾਰਿਸ਼ੀ ਹੈ, ਸੰਤ ਹੈ, ਫਕੀਰ ਹੈ। ਉਸਨੇ ਆ ਕੇ ਕੌੜੇ ਬੋਲ ਬੋਲਣੇ ਸ਼ੁਰੂ ਕਰ ਦਿੱਤੇ। ਉਸ ਮਹਾਰਿਸ਼ੀ ਨੇ ਕਿਹਾ ਕਿ ਭਾਈ, ਅਸੀਂ ਤੈਨੂੰ ਕੁਝ ਵੀ ਨਹੀਂ ਕਿਹਾ, ਤੂੰ ਕਿਸ ਗੱਲ ਤੋਂ ਗੁੱਸੇ ਦੇ ਵਿੱਚ ਅੱਗ ਬਬੂਲਾ ਹੋਇਆ ਫਿਰਦਾ? ਇਸ ਤਰ੍ਹਾਂ ਕਰ, ਮੈਨੂੰ ਕੁਝ ਖਾਣ ਦੇ ਲਈ ਦੇ ਦੇ। ਤਾਂ ਅੱਗੋਂ ਉਹ ਕਿਸਾਨ ਗੁੱਸੇ ਦੇ ਵਿੱਚ ਆ ਕੇ ਕਹਿੰਦਾ, ਆਪਣੇ ਖੇਤਾਂ ਤੋਂ ਅਗਲੇ ਪਾਸੇ ਨੂੰ ਇਸ਼ਾਰਾ ਕਰਦਾ ਕਿ ਉਧਰ ਹੱਡਾ ਰੋੜੀ ਹੈ, ਉਧਰ ਮਰੇ ਹੋਏ ਡੰਗਰ ਸੁੱਟ ਕੇ ਆਉਂਦੇ ਨੇ ਪਿੰਡ ਵਾਲੇ। ਇਸ ਤਰ੍ਹਾਂ ਕਰ, ਉੱਥੇ ਚਲਾ ਜਾ, ਉੱਥੇ ਜਾ ਕੇ ਹੱਡ ਚੱਬ ਲੈ। ਹੁਣ ਮਹਾਰਿਸ਼ੀ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ। ਉਸ ਦੀਆਂ ਅੱਖਾਂ ਜਿਵੇਂ ਲਾਲ ਹੋ ਗਈਆਂ ਹੋਣ, ਪਰ ਫਿਰ ਵੀ ਉਹ ਸਾਰਾ ਗੁੱਸਾ ਪੀ ਗਿਆ। ਗੁੱਸਾ ਪੀ ਕੇ ਕਹਿੰਦਾ ਕਿ ਕੋਈ ਨਹੀਂ ਪੁੱਤਰ, ਮੈਂ ਹੱਡ ਚੱਬ ਲੈਣਾ, ਇੰਨੀ ਕੁ ਮਿਹਰਬਾਨੀ ਕਰਕੇ ਮੈਨੂੰ ਪੀਣ ਦੇ ਲਈ 2 ਘੁੱਟ ਪਾਣੀ ਦੇ ਦੇ। ਉਹ ਫਿਰ ਆਪਣੇ ਦੂਜੇ ਖੇਤਾਂ ਵੱਲ ਇਸ਼ਾਰਾ ਕਰਕੇ ਕਹਿੰਦਾ ਕਿ ਮੇਰੇ ਖੇਤਾਂ ਦੇ ਪਰਲੇ ਪਾਸੇ ਇੱਕ ਗੰਦਾ ਨਾਲਾ ਵਹਿੰਦਾ, ਜਾ ਉੱਥੇ ਜਾ ਕੇ ਪਾਣੀ ਪੀ ਲੈ। ਉਹਨਾਂ ਫਿਰ ਕਿਹਾ, ਗੁੱਸਾ ਆਇਆ, ਗੁੱਸਾ ਪੀ ਲਿਆ ਤੇ ਕਹਿੰਦੇ ਕੋਈ ਗੱਲ ਨਹੀਂ, ਮੈਂ ਗੰਦਾ ਪਾਣੀ ਵੀ ਪੀ ਲਵਾਂਗਾ, ਕੋਈ ਗੱਲ ਨਹੀਂ, ਪਰ ਜਿਹੜਾ ਤੇਰਾ ਹੰਕਾਰ ਹੈ ਨਾ, ਉਹ ਤੈਨੂੰ ਲੈ ਡੁੱਬੇਗਾ। ਅੱਜ ਤੋਂ ਤੇਰੀ ਸੰਪਤੀ ਦੇ ਵਿੱਚ ਜਿਹੜਾ ਵਾਧਾ ਹੁੰਦਾ ਸੀ, ਜਿਹੜੀ ਤੇਰੀ ਹਰ ਇੱਕ ਚੀਜ਼ ਵੱਧਦੀ ਫੁੱਲਦੀ ਸੀ, ਉਹ ਵਾਧਾ ਅੱਜ ਤੋਂ ਬੰਦ। ਅੱਜ ਤੋਂ ਤੇਰੇ ਮਾੜੇ ਦਿਨ ਸ਼ੁਰੂ। ਉਹਨਾਂ ਨੇ ਹਵਾ ਦੇ ਵਿੱਚ ਹੱਥ ਘੁਮਾਇਆ ਤੇ ਆਪਣੇ ਖੀਸੇ ਦੇ ਵਿੱਚੋਂ, ਆਪਣੀ ਜੇਬ ਦੇ ਵਿੱਚੋਂ ਇੱਕ ਛੋਟਾ ਜਿਹਾ ਸੰਦੂਕਨੁਮਾ ਡੱਬਾ ਕੱਢ ਕੇ ਉਹਦੇ ਵੱਲ ਨੂੰ ਵਗਾ ਕੇ ਸੁੱਟ ਦਿੱਤਾ ਤੇ ਕਿਹਾ ਕਿ ਇਹ ਡੱਬਾ ਬੰਦ ਹੈ, ਇਹ ਡੱਬਾ ਨਹੀਂ ਬੰਦ, ਇਹ ਤੇਰੀ ਮੁਕੱਦਰ ਬੰਦ ਹੈ, ਤੇਰੀ ਕਿਸਮਤ ਬੰਦ ਹੈ। ਅੱਜ ਤੋਂ ਬਾਅਦ ਤੂੰ ਰੋਂਦਾ ਮਰ ਜਾਏਗਾ, ਤੂੰ ਥਾਂ ਥਾਂ ਤੇ ਠੋਕਰਾਂ ਖਾਵੇਂਗਾ, ਦਰ ਦਰ ਤੇ ਭਟਕੇਂਗਾ, ਪਰ ਤੇਰੀ ਬੰਦ ਮੁਕੱਦਰ ਖੁੱਲ੍ਹਣੀ ਨਹੀਂ। ਇੰਨੀ ਗੱਲ ਕਹਿ ਕੇ ਉਹ ਮਹਾਰਿਸ਼ੀ ਵਾਪਸ ਜਿੱਥੋਂ ਆਏ ਸੀ ਉੱਧਰ ਨੂੰ ਚਲੇ ਗਏ। ਤੇ ਸੱਚ ਵਿੱਚ ਉਸ ਸੰਤ ਮਹਾਂਪੁਰਸ਼ ਦਾ ਦਿੱਤਾ ਹੋਇਆ ਸ਼ਰਾਪ ਉਸ ਕਿਸਾਨ ਨੂੰ ਲੱਗ ਗਿਆ। ਉਸੇ ਰਾਤ ਐਸਾ ਬੱਦਲ ਚੜ੍ਹ ਕੇ ਆਇਆ ਕਿ ਕਿਸੇ ਹੋਰ ਦੇ ਖੇਤ ਵਰਖਾ ਨਹੀਂ ਹੋਈ। ਉਸ ਕਿਸਾਨ ਦੇ ਖੇਤ ਅੰਨ੍ਹੇਵਾਹ ਬਾਰਿਸ਼ ਹੋਈ ਤੇ ਸਾਰੀ ਫਸਲ ਤਹਿਸ ਨਹਿਸ ਹੋ ਗਈ। ਉਸ ਦੇ ਘਰ ਵਿੱਚ ਬਿਮਾਰੀ ਵੜ ਗਈ। ਐਸੀ ਬਿਮਾਰੀ ਵੜੀ ਕਿ ਉਸ ਦੀ ਧਰਮ ਪਤਨੀ ਨੂੰ ਲੈ ਡੁੱਬੀ। ਉਸ ਦੇ ਕੀਤੇ ਕਰਮ ਉਸ ਦੀ ਧਰਮ ਪਤਨੀ ਦੇ ਅੱਗੇ ਆ ਗਏ। ਹੌਲੀ ਹੌਲੀ ਉਸ ਦੇ ਘਰ ਚੋਂ ਹਰ ਇੱਕ ਚੀਜ਼ ਜਾਣ ਲੱਗੀ। ਉਸ ਦੇ ਘਰ ਚੋਰੀ ਹੋ ਗਈ। ਸੋਨਾ, ਚਾਂਦੀ, ਹੀਰੇ ਜਵਾਹਰਾਤ ਇੱਕੋ ਰਾਤ ਦੇ ਵਿੱਚ ਲੁੱਟੇ ਗਏ। ਉਸ ਦਾ ਚੰਗਾ ਭਲਾ ਸਮਾਨ ਖਰਾਬ ਹੋਣ ਲੱਗਿਆ। ਉਸ ਨੂੰ ਸਮਝ ਨਾ ਆਵੇ ਕਿ ਕਿੱਥੇ ਜਾਵੇ, ਕੀ ਕਰੇ। ਉਸਨੇ ਹੌਲੀ ਹੌਲੀ ਕਰਕੇ
ਉਸ ਜਿਹੜੀ ਉਸਨੂੰ ਬੰਦ ਕੀਤੀ ਇੱਕ ਸੰਦੂਕੜੀ ਦੇ ਕੇ ਗਿਆ ਸੀ ਉਹ ਬਾਬਾ, ਜਿਸ ਬਾਰੇ ਉਸਨੇ ਕਿਹਾ ਸੀ ਕਿ ਇਹਦੇ ਵਿੱਚ ਤੇਰਾ ਮੁਕੱਦਰ ਕੈਦ ਹੈ, ਬੰਦ ਹੋ ਗਿਆ ਹੈ। ਉਸਨੇ ਥਾਂ ਥਾਂ 'ਤੇ ਜਾ ਕੇ ਉਸਨੂੰ ਖੁਲਵਾਉਣ ਦਾ ਕੋਸ਼ਿਸ਼ ਕੀਤਾ, ਉਪਰਾਲਾ ਕੀਤਾ, ਪਰ ਹਰ ਥਾਂ ਤੋਂ ਉਸਨੂੰ ਨਿਰਾਸ਼ਾ ਹੀ ਮਿਲੀ, ਕੁਛ ਵੀ ਹੋਰ ਨਹੀਂ। ਜਿੱਥੇ ਵੀ ਜਾਵੇ ਅਗਲੇ ਹੱਥ ਖੜੇ ਕਰ ਦਿਆ ਕਰਨ ਕਿ ਨਹੀਂ ਸਾਡੇ ਵੱਸੋਂ ਬਾਹਰ ਹੈ। ਹੌਲੀ ਹੌਲੀ ਕਰਦਿਆਂ ਉਸ ਦੀ ਉਮਰ ਬੀਤ ਗਈ, ਪਰ ਉਹਦੇ ਨਾਲ ਹਰ ਇੱਕ ਚੀਜ਼ ਬੁਰੀ ਹੋ ਰਹੀ ਸੀ। ਜੇ ਚੰਗਾ ਹੋ ਰਿਹਾ ਸੀ ਤਾਂ ਉਹ ਇਹ ਕਿ ਉਸਦਾ ਬੇਟਾ ਸਹੀ ਸੰਗਤ ਦੇ ਵਿੱਚ ਸੀ, ਉਸਦਾ ਬੇਟਾ ਪੜ੍ਹਾਈ ਲਿਖਾਈ ਦੇ ਵਿੱਚ ਅਵਲ ਆ ਰਿਹਾ ਸੀ, ਉਸਦਾ ਬੇਟਾ ਖੇਡਾਂ ਦੇ ਵਿੱਚ ਅਵਲ ਦਰਜੇ ਪ੍ਰਾਪਤ ਕਰ ਰਿਹਾ ਸੀ, ਉਸਦਾ ਬੇਟਾ ਕਸਰਤ ਵੱਲ ਧਿਆਨ ਦਿੰਦਾ ਸੀ। ਜਿਹੜੀ ਉਸਦੀ ਜ਼ਿੰਦਗੀ ਦੇ ਵਿੱਚ ਕੋਈ ਚੰਗੀ ਚੀਜ਼ ਘਟੀ ਉਹ ਉਸਦੇ ਬੇਟੇ ਨੂੰ ਲੈ ਕੇ ਘਟ ਰਹੀ ਸੀ। ਫਿਰ ਇੱਕ ਦਿਨ ਉਸਨੇ ਆਪਣੇ ਬੇਟੇ ਨੂੰ ਆਵਾਜ਼ ਮਾਰੀ ਅਤੇ ਉਹੀ ਬੰਦ ਕੀਤਾ ਹੋਇਆ ਸੰਦੂਕ ਉਸਦੇ ਹੱਥ ਦਿੰਦਾ ਹੋਇਆ ਕਹਿਣ ਲੱਗਾ ਕਿ ਪੁੱਤਰ, ਹੁਣ ਮੇਰਾ ਸਮਾਂ ਆ ਗਿਆ, ਮੈਂ ਇਸ ਜਹਾਨੋਂ ਜਾਣ ਵਾਲਾ ਹਾਂ। ਮੈਨੂੰ ਮੇਰੀ ਸਿਹਤ ਦੱਸਦੀ ਹੈ ਕਿ ਮੇਰੇ ਕੋਲ ਬਹੁਤਾ ਸਮਾਂ ਨਹੀਂ ਹੈ। ਆਹ ਕਿਸਮਤ ਜਿਹੜੀ ਹੈ ਇਹਦੇ ਵਿੱਚ ਬੰਦ ਹੈ, ਸਾਡਾ ਮੁਕੱਦਰ ਇਹਦੇ ਵਿੱਚ ਬੰਦ ਹੈ, ਸਾਡਾ ਘਰ ਇਹਦੇ ਵਿੱਚ ਬੰਦ ਕੀਤਾ ਹੋਇਆ। ਇਸ ਤਰ੍ਹਾਂ ਕਰੀ, ਜੇ ਸੰਭਵ ਹੋਇਆ ਤਾਂ ਇਹ ਸੰਦੂਕ ਖੁਲਵਾ ਲਵੀਂ, ਇਹ ਖੁੱਲ੍ਹੇਗਾ ਤੇਰੀ ਕਿਸਮਤ ਖੁੱਲ੍ਹ ਜਾਵੇਗੀ ਅਤੇ ਮੇਰਾ ਹੁਣ ਸਮਾਂ ਬਹੁਤ ਥੋੜ੍ਹਾ ਰਹਿ ਗਿਆ। ਇੰਨੀ ਗੱਲ ਕਹਿਣ ਮਗਰੋਂ ਸ਼ਾਇਦ ਉਹ ਹਫ਼ਤਾ ਕੁ ਜਿਉਂਦਾ ਰਿਹਾ ਹੋਵੇਗਾ। ਉਸ ਦੇ ਬੇਟੇ ਨੇ ਦੇਖਿਆ ਕਿ ਇਹ ਸੱਚਮੁੱਚ ਜਦੋਂ ਤੋਂ ਇਹ ਡੱਬੀ ਸਾਡੇ ਘਰੇ ਆਈ ਹੈ, ਇਹ ਸੰਦੂਕੜੀ ਸਾਡੇ ਘਰੇ ਆਈ ਹੈ, ਸਾਡੇ ਘਰ ਦਾ ਬੇੜਾ ਬਹਿੰਦਾ ਗਿਆ। ਉਸਨੇ ਬਹੁਤ ਯਤਨ ਕੀਤੇ, ਉਸਨੂੰ ਪਤਾ ਸੀ ਕਿ ਮੇਰੇ ਬਾਪ ਨੇ ਵੀ ਬਹੁਤ ਯਤਨ ਕੀਤੇ ਨੇ। ਉਸਨੇ 2 ਪੱਥਰਾਂ ਦੇ ਵਿੱਚ ਰੱਖ ਕੇ ਉਸਨੂੰ ਨਦੀ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ, ਪਰ ਨਹੀਂ, ਉਸ ਦੇ ਨਾਲ ਆ ਗਈ। ਫਿਰ ਉਸਨੇ ਇੱਕ ਡੂੰਘਾ ਖੂਹ ਖੁਦਵਾਇਆ, ਉਹਦੇ ਵਿੱਚ ਸੁੱਟ ਕੇ ਉਸਨੂੰ ਨੱਪਣ ਦੀ ਕੋਸ਼ਿਸ਼ ਕੀਤੀ, ਪਰ ਫਿਰ ਵੀ ਉਹਦੇ ਨਾਲ ਉਹ ਸੰਦੂਕੜੀ ਉਸੇ ਤਰ੍ਹਾਂ ਆ ਗਈ। ਫਿਰ ਉਸਨੇ ਇੱਕ ਦਿਨ ਰਸਤੇ ਦੇ ਵਿੱਚ ਸੁਨਸਾਨ ਜਗ੍ਹਾ ਵੇਖੀ, ਉੱਥੇ ਲੱਕੜਾਂ ਦਾ ਢੇਰ ਲਾਇਆ, ਉਹਦੇ ਵਿੱਚ ਸੰਦੂਕੜੀ ਰੱਖ ਕੇ ਉਹਨੂੰ ਤੀਲੀ ਲਾ ਦਿੱਤੀ। ਜਦੋਂ ਤੀਲੀ ਲਾ ਕੇ ਵਾਪਸ ਪਰਤਣ ਲੱਗਾ ਤਾਂ ਦੇਖਦਾ ਹੈ ਕਿ ਉਹ ਸੰਦੂਕੜੀ ਨਾਲ ਨਾਲ ਤੁਰ ਰਹੀ ਹੈ। ਉਹਦੀ ਮਾੜੀ ਕਿਸਮਤ ਉਸਦਾ ਪਰਛਾਵੇਂ ਵਾਂਗ ਪਿੱਛਾ ਕਰ ਰਹੀ ਹੈ। ਫਿਰ ਉਸਨੇ ਇੱਕ ਹੋਰ ਸਿਆਣੇ ਬੰਦੇ ਤੋਂ ਰਾਏ ਲਈ। ਸਿਆਣੇ ਬੰਦੇ ਨੇ ਕਿਹਾ ਕਿ ਘਰ ਛੱਡ ਦੇ, ਘਰ ਖੰਡਰ ਹੋ ਚੁੱਕਿਆ, ਖਤਮ ਹੋ ਚੁੱਕਿਆ, ਖੇਤ ਵੀ ਛੱਡ ਦੇ ਅਤੇ ਇਹ ਸੰਦੂਕੜੀ ਇੱਥੇ ਰੱਖ ਜਾ, ਆਪੇ ਇੱਥੇ ਰਹਿ ਜਾਵੇਗੀ। ਉਸਨੂੰ ਰਾਏ ਠੀਕ ਲੱਗੀ। ਉਸਨੇ ਉਹ ਸੰਦੂਕੜੀ ਉੱਥੇ ਰੱਖ ਦਿੱਤੀ ਅਤੇ ਆਪ ਤੁਰ ਗਿਆ। ਜਦੋਂ ਤੁਰਨ ਲੱਗਾ ਉਸਨੇ ਦੇਖਿਆ ਕਿ ਉਹ ਨਾਲ ਨਾਲ ਆ ਰਹੀ ਹੈ, ਪਿੱਛਾ ਕਰ ਰਹੀ ਹੈ। ਫਿਰ ਉਸਨੇ ਪੱਕਾ ਮਨ ਬਣਾ ਲਿਆ ਕਿ ਹੁਣ ਮੈਂ ਘਰ ਨਹੀਂ ਪਰਤਣਾ, ਜਦੋਂ ਤੱਕ ਇਹ ਸੰਦੂਕੜੀ ਮੇਰਾ ਖਹਿੜਾ ਨਹੀਂ ਛੱਡ ਦਿੰਦੀ। ਜਦੋਂ ਉਸਨੇ ਪੱਕਾ ਮਨ ਬਣਾ ਕੇ ਤੁਰਨ ਲੱਗ ਪਿਆ, ਕੋਈ ਟੀਚਾ ਨਹੀਂ ਸੀ, ਕੋਈ ਮੰਜ਼ਿਲ ਨਹੀਂ ਸੀ, ਬਸ ਇੰਨਾ ਕੁ ਪਤਾ ਸੀ ਕਿ ਮੈਂ ਤੁਰੇ ਜਾਣਾ। ਜਦੋਂ ਤੁਰਦਾ ਜਾ ਰਿਹਾ ਤਾਂ ਰਸਤੇ ਦੇ ਵਿੱਚ ਦੇਖਦਾ ਕਿ ਅੱਗੇ ਕਾਫੀ ਭੀੜ ਹੁੰਦੀ ਹੈ। ਉਹ ਦੇਖਦਾ ਭੀੜ ਦੇ ਵਿੱਚ ਜਾ ਕੇ ਤਾਂ ਇੱਕ ਔਰਤ ਬਹੁਤ ਬੁਰੀ ਤਰ੍ਹਾਂ ਰੋ ਰਹੀ ਹੁੰਦੀ ਹੈ, ਪਿੱਟ ਰਹੀ ਹੁੰਦੀ ਹੈ ਕਿ ਮੇਰੇ ਬੱਚੇ ਨੂੰ ਕੋਈ ਤਾਂ ਬਚਾ ਲਵੋ। ਉਸ ਭੀੜ ਦੇ ਵਿੱਚੋਂ ਕੋਈ ਵੀ ਅੱਗੇ ਨਹੀਂ ਹੁੰਦਾ। ਉਹ ਜਾ ਕੇ ਪੁੱਛਦਾ ਉਸ ਔਰਤ ਤੋਂ ਕਿ ਕੀ ਹੋਇਆ ਤੁਹਾਡੇ ਬੱਚੇ ਨੂੰ। ਉਹ ਕਹਿੰਦੀ ਇਸ ਡੂੰਘੀ ਖੂਹੀ ਦੇ ਵਿੱਚ ਮੇਰਾ ਬੱਚਾ ਡਿੱਗ ਪਿਆ, ਇਹਦੇ ਵਿੱਚ ਸ਼ਾਇਦ ਪਾਣੀ ਵੀ ਹੋਵੇਗਾ, ਇਸ ਖੂਹ ਨੂੰ ਕੋਈ ਲੰਮੇ ਸਮੇਂ ਤੋਂ ਵਰਤਦਾ ਨਹੀਂ, ਕਿਰਪਾ ਕਰਕੇ ਮੇਰੇ ਬੱਚੇ ਦੀ ਜਾਨ ਬਚਾ ਲਵੋ। ਉਸਨੇ ਖੂਹ ਦੇ ਰੱਸੇ ਨੂੰ ਵਿੱਚ ਸੁੱਟਿਆ ਅਤੇ ਬਿਨਾਂ ਕਿਸੇ ਚੀਜ਼ ਦੀ ਪਰਵਾਹ ਕੀਤਿਆਂ ਵਿੱਚ ਛਲਾਂਗ ਮਾਰ ਦਿੱਤੀ। ਬੱਚੇ ਨੂੰ ਖੂਹ ਵਿੱਚੋਂ ਬਾਹਰ ਕੱਢਿਆ। ਸਾਰਿਆਂ ਨੇ ਉਸਨੂੰ ਸ਼ਾਬਾਸ਼ ਦਿੱਤੀ। ਉਸ ਔਰਤ ਨੇ ਉਸਨੂੰ ਕਿਹਾ ਕਿ ਤੂੰ ਮੇਰਾ ਵੀਰ ਹੈ, ਤੂੰ ਮੇਰਾ ਭਰਾ ਹੈ, ਤੂੰ ਮੇਰੇ ਬੱਚੇ ਦੀ ਜਾਨ ਬਚਾਈ ਹੈ। ਮੈਂ ਤੈਨੂੰ ਵਰ ਦਿੰਦੀ ਹਾਂ, ਅਸੀਸਾਂ ਦਿੰਦੀ ਹਾਂ ਕਿ ਤੇਰੇ ਨਾਲ ਜ਼ਿੰਦਗੀ ਦੇ ਵਿੱਚ ਚੰਗਾ ਹੀ ਚੰਗਾ ਵਾਪਰੇ। ਇੰਨੀ ਗੱਲ ਕਹਿ ਕੇ ਜਦੋਂ ਉਹ ਇੰਨੀ ਅਸੀਸ ਲੈ ਕੇ ਜਦੋਂ ਉਹ ਤੁਰਨ ਲੱਗਿਆ ਤਾਂ ਉਹ ਦੇਖਦਾ ਕਿ ਉਸ ਸੰਦੂਕੜੀ ਦੇ ਵਿੱਚੋਂ ਕੁਛ ਤੜਕਣ ਦੀ ਆਵਾਜ਼ ਆਈ ਹੈ, ਕੁਛ ਆਵਾਜ਼ ਆਈ ਹੈ। ਉਸਨੂੰ ਸਮਝ ਨਹੀਂ ਪਾਇਆ ਕਿ ਉਸਨੇ ਕਿਹਾ ਕੁਛ ਜਾਂ ਕੁਛ ਨਾ ਕੁਛ ਜ਼ਰੂਰ ਘਟਿਆ, ਪਰ ਉਹਨੂੰ ਇੰਨਾ ਕੁ ਪਤਾ ਲੱਗਾ ਕਿ ਆਵਾਜ਼ ਤਾਂ ਜ਼ਰੂਰ ਆਈ ਹੈ। ਥੋੜ੍ਹਾ ਜਿਹਾ ਅੱਗੇ ਜਾਂਦਾ, ਅੱਗੇ ਜਾ ਕੇ ਕੀ ਦੇਖਦਾ ਹੈ, ਫਿਰ ਇੱਕ ਥਾਂ 'ਤੇ ਭੀੜ ਲੱਗੀ ਹੁੰਦੀ ਹੈ। ਭੀੜ ਦੇ ਵਿੱਚ ਉਹ ਕੀ ਦੇਖਦਾ ਕਿ 2 ਬੰਦਿਆਂ ਨੂੰ ਇੱਕ ਸ਼ੇਰ ਨੇ ਘੇਰਿਆ ਹੁੰਦਾ, ਉਹਨਾਂ 'ਤੇ ਪੰਜੇ ਮਾਰ ਰਿਹਾ ਹੁੰਦਾ। ਭੀੜ ਦੇ ਹੱਥ ਵਿੱਚ ਡਾਂਗਾਂ ਸੋਟੇ ਹੁੰਦੇ ਨੇ, ਪਰ ਦੂਰੋਂ ਡਾਂਗਾਂ ਸੋਟੇ ਚਲਾਉਂਦੇ ਨੇ, ਨੇੜੇ ਜਾ ਕੇ ਉਹਨਾਂ ਨੂੰ ਛੁਡਵਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਇੱਕ ਬੰਦੇ ਤੋਂ ਉਹ ਡਾਂਗ ਲੈ ਕੇ ਸ਼ੇਰ ਵੱਲ ਨੂੰ ਭੱਜਦਾ। ਭੱਜਿਆਂ ਜਦੋਂ ਜਾਂਦਾ ਤਾਂ ਉਸਨੂੰ ਸਮਝ ਆਉਂਦੀ ਹੈ ਕਿ ਇਸ ਨੇ ਡਾਂਗ ਨਾਲ ਇਹਦਾ ਕੋਈ ਹੱਲ ਨਹੀਂ। ਪੱਥਰ ਚੱਕ ਕੇ ਸ਼ੇਰ ਦੇ ਪਿੱਛੇ ਵੱਲ ਨੂੰ ਸੁੱਟ ਦਿੰਦਾ ਤਾਂ ਕਿ ਅੱਗੇ ਵੱਲ ਨੂੰ ਸੁੱਟਿਆ ਉਹਨਾਂ ਬੰਦਿਆਂ ਦਾ ਨੁਕਸਾਨ ਨਾ ਹੋਵੇ। ਸ਼ੇਰ ਦੇ ਪੱਥਰ ਪਿੱਛੇ ਵੱਜ ਕੇ ਫਿਰ ਘੁੰਮ ਕੇ ਐਸਾ ਮੱਥੇ ਦੇ ਵਿੱਚ ਵੱਜਦਾ ਕਿ ਉਹ ਥਾਂ 'ਤੇ ਰਹਿ ਜਾਂਦਾ। ਉਹ ਬੰਦੇ ਬਚ ਜਾਂਦੇ ਨੇ, ਉਹ ਉਹਨੂੰ ਅਸੀਸਾਂ ਦਿੰਦੇ ਨੇ ਅਤੇ ਇਲਾਕੇ ਦੇ ਲੋਕ ਜਿਹੜੇ ਹਵਾ ਵਿੱਚ ਡਾਂਗਾ ਮਾਰ ਰਹੇ ਸਨ ਉਹ ਵੀ ਬਹੁਤ ਖੁਸ਼ ਹੁੰਦੇ ਨੇ, ਉਸ ਨੂੰ ਹੱਥਾਂ 'ਤੇ ਚੁੱਕ ਲੈਂਦੇ ਨੇ। ਸਾਰੇ ਇਲਾਕੇ ਵਾਲੇ ਉਸ ਨੂੰ ਅਸੀਸਾਂ ਦਿੰਦੇ ਨੇ, ਕਹਿੰਦੇ ਨੇ ਕਿ ਤੇਰੀ ਜ਼ਿੰਦਗੀ ਦੇ ਵਿੱਚ ਜੋ ਵੀ ਸਮੱਸਿਆਵਾਂ ਨੇ ਮੁੱਕ ਜਾਣ, ਅਸੀਂ ਇਹੀ ਆਸ ਕਰਦੇ ਹਾਂ, ਕਿਉਂਕਿ ਇਸ ਸ਼ੇਰ ਨੇ ਇਲਾਕੇ ਦੇ ਵਿੱਚ ਬੜੀ ਦਹਿਸ਼ਤ ਪਾਈ ਹੋਈ ਸੀ। ਉੱਥੋਂ ਅਸੀਸਾਂ ਲੈ ਕੇ ਉਹ ਅੱਗੇ ਜਾਂਦਾ। ਉੱਥੋਂ ਤੱਕ ਜਾਂਦਿਆਂ ਉਹਨੂੰ ਬਹੁਤ ਭੁੱਖ ਲੱਗ ਜਾਂਦੀ ਹੈ, ਸ਼ਦੀਦ ਭੁੱਖ, ਅੰਤਾਂ ਦੀ ਭੁੱਖ। ਅਤੇ ਉਹ ਦੇਖਦਾ ਕਿ ਕਿਸੇ ਜਗ੍ਹਾ 'ਤੇ ਕੋਈ ਧਾਰਮਿਕ ਸਮਾਗਮ ਹੋ ਕੇ ਹਟਿਆ ਹੁੰਦਾ।
ਉੱਥੇ ਲੰਗਰ ਵਰਤਾਇਆ ਜਾ ਰਿਹਾ ਹੁੰਦਾ ਹੈ। ਲੋਕ ਲਾਈਨਾਂ ਦੇ ਵਿੱਚ ਲੱਗ ਕੇ ਪੱਤਲ ਦੇ ਵਿੱਚ ਕੁਝ ਲੈ ਕੇ ਖਾ ਰਹੇ ਹੁੰਦੇ ਨੇ। ਉਹ ਇੱਕ ਕਤਾਰ ਦੇ ਵਿੱਚ ਲੱਗ ਜਾਂਦਾ ਹੈ। ਕਤਾਰ ਦੇ ਵਿੱਚ ਦੇਖਦਾ ਹੈ ਕਿ ਮੇਰੇ ਤੋਂ ਪਿੱਛੇ ਕੋਈ ਵੀ ਨਹੀਂ, ਸਭ ਤੋਂ ਪਿੱਛੇ ਉਹੀ ਹੁੰਦਾ ਹੈ। ਅਤੇ ਕਤਾਰ ਦੇ ਵਿੱਚ ਜਦੋਂ ਉਹਦਾ ਨੰਬਰ ਆਉਂਦਾ ਅਤੇ ਉਹ ਉਸ ਨੂੰ ਜਦੋਂ ਸਮਾਨ ਦਿੰਦੇ ਨੇ ਖਾਣ ਪੀਣ ਵਾਲਾ, ਲੰਗਰ ਪਾਣੀ, ਉਸ ਤੋਂ ਬਾਅਦ ਸਮਾਪਤੀ ਕਰ ਦਿੰਦੇ ਨੇ ਕਿ ਸਾਡੇ ਕੋਲੋਂ ਅੱਜ ਲਈ ਜਿਹੜਾ ਕੁਛ ਸਾਡੇ ਬਣਿਆ ਹੋਇਆ ਸੀ ਉਹ ਲੱਗ ਗਿਆ, ਖਤਮ ਹੋ ਗਿਆ। ਉਹ ਪੱਤਲ ਲੈ ਕੇ ਇੱਕ ਇਕਾਂਤ ਜਗ੍ਹਾ ਲੱਭਦਾ ਕਿ ਉੱਥੇ ਬੈਠ ਕੇ ਆਰਾਮਦਾਰੀ ਨਾਲ ਮੈਂ ਭੋਜਨ ਕਰਦਾ। ਜਦੋਂ ਬੈਠਣ ਲੱਗਦਾ ਤਾਂ ਉਸ ਨੂੰ ਪਿੱਛੋਂ ਆਵਾਜ਼ ਆਉਂਦੀ ਹੈ ਇੱਕ ਭਿਖਾਰੀ ਦੀ ਕਿ ਬੇਟਾ ਤੇਰੇ ਕੋਲ ਕੁਛ ਹੈ ਖਾਣ ਲਈ। ਉਹ ਆਪਣਾ ਪੱਤਲ ਉਸ ਭਿਖਾਰੀ ਦੇ ਅੱਗੇ ਕਰ ਦਿੰਦਾ। ਉਹ ਭਿਖਾਰੀ ਖਾਂਦਾ ਅਤੇ ਉਸ ਨੂੰ ਅਸੀਸਾਂ ਦਿੰਦਾ। ਜਦੋਂ ਉਹਦੀਆਂ ਅਸੀਸਾਂ ਉਹ ਸੁਣਦਾ ਤਾਂ ਇੱਕ ਵਾਰੀ ਫੇਰ ਉਸ ਸੰਦੂਕੜੀ ਦੇ ਵਿੱਚੋਂ ਕੁਛ ਤੜਕਣ ਦੀ ਆਵਾਜ਼ ਆਉਂਦੀ ਹੈ। ਇਸ ਤੋਂ ਅੱਗੇ ਉਹ ਅੱਗੇ ਨੂੰ ਤੁਰ ਜਾਂਦਾ। ਹਾਲਾਂਕਿ ਉਹਦੀ ਤੁਰਨ ਦੀ ਹਾਲਤ ਨਹੀਂ ਹੁੰਦੀ, ਬਹੁਤ ਮਾੜੀ ਹਾਲਤ ਦੇ ਵਿੱਚ ਹੁੰਦਾ, ਡਿੱਗ ਰਿਹਾ ਹੁੰਦਾ। ਇਸ ਤਰ੍ਹਾਂ ਲੱਗਦਾ ਕਿ ਉਹ ਹੁਣ ਡਿੱਗਿਆ ਕਿ ਹੁਣ ਡਿੱਗਿਆ। ਜਦੋਂ ਅੱਗੇ ਨੂੰ ਜਾਂਦਾ ਤਾਂ ਉੱਥੇ ਉਸ ਨੂੰ ਉਹੀ ਬਜ਼ੁਰਗ ਮਹਾਂਰਿਸ਼ੀ ਮਿਲਦਾ ਜੋ ਹੁਣ ਕਾਫੀ ਉਮਰ ਦਾ ਹੋ ਗਿਆ ਸੀ। ਉਸ ਮਹਾਂਰਿਸ਼ੀ ਨੇ ਉਸ ਨੂੰ ਆਵਾਜ਼ ਮਾਰ ਕੇ ਕੋਲ ਬਿਠਾ ਲਿਆ ਅਤੇ ਪੁੱਛਣ ਲੱਗੇ ਕਿ ਪੁੱਤਰ ਮੈਨੂੰ ਪਹਿਚਾਨਿਆ ਕਿ ਨਹੀਂ। ਤਾਂ ਅੱਗੋਂ ਉੱਤਰ ਮਿਲਿਆ ਕਿ ਨਹੀਂ, ਮੈਂ ਤੁਹਾਨੂੰ ਨਹੀਂ ਪਹਿਚਾਨਿਆ। ਉਹ ਕਹਿੰਦੇ ਕਿ ਅੱਜ ਤੋਂ ਕਈ ਵਾਰੀ ਪਹਿਲਾਂ ਮੈਂ ਤੁਹਾਡੇ ਘਰ ਆਇਆ ਸੀ। ਮੈਂ ਤੁਹਾਡੇ ਘਰ ਇੱਕ ਸੰਦੇਸ਼ ਲੈ ਕੇ ਆਇਆ ਸੀ ਕਿ ਤੁਹਾਡੇ ਖੇਤ ਦੇ ਵਿੱਚ 10 ਘੜੇ ਨੇ। ਉਹਨਾਂ ਘੜਿਆਂ ਦੇ ਵਿੱਚ ਸੋਨਾ, ਚਾਂਦੀ, ਹੀਰੇ ਜਵਾਹਰਤ ਬਹੁਤ ਕੁਛ ਹੈ। ਉਹਨਾਂ ਦੇ ਵਿੱਚੋਂ ਕੁਛ ਤੁਸੀਂ ਆਪਣੇ ਕੋਲ ਰੱਖ ਲਵੋ ਅਤੇ ਕੁਛ ਤੁਸੀਂ ਲੋੜਵੰਦਾਂ ਦੇ ਵਿੱਚ ਵੰਡ ਦਿਓ। ਪਰ ਤੇਰੇ ਬਾਪ ਨੇ ਮੇਰਾ ਅਪਮਾਨ ਕੀਤਾ, ਬੇਇੱਜ਼ਤੀ ਕੀਤੀ ਅਤੇ ਉਹਦੇ ਬਦਲੇ ਵਿੱਚ ਮੈਂ ਇੱਕ ਸ਼ਰਾਪ ਦੇ ਗਿਆ। ਹੁਣ ਤੂੰ ਇੱਕ ਕਰਮ ਕੀਤੇ ਨੇ, ਤੂੰ ਬਹੁਤ ਕੁਛ ਚੰਗਾ ਕੀਤਾ ਹੈ ਅਤੇ ਉਹ ਸ਼ਰਾਪ ਦਾ ਸਮਾਂ ਪੂਰਾ ਹੋ ਗਿਆ। ਲਿਆ ਤੇਰੇ ਕੋਲ ਜਿਹੜੀ ਸੰਦੂਕੜੀ ਹੈ ਉਸ ਨੂੰ ਮੈਂ ਖੋਲ੍ਹ ਦਿੰਦਾ। ਤੇਰੀ ਬੰਦ ਮੁਕੱਦਰ, ਬੰਦ ਕਿਸਮਤ ਮੈਂ ਖੋਲ੍ਹ ਦਿੰਦਾ। ਇੰਨੀ ਗੱਲ ਕਹੀ ਅਤੇ ਉਹ ਕਿਸਮਤ ਉਸਦੀ ਸੱਚਮੁੱਚ ਖੁੱਲ੍ਹ ਗਈ। ਉਸਦੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਹੀ ਚੰਗਾ ਸਮਾਂ ਆ ਜਾਣਾ ਸੀ, ਕਿਉਂਕਿ ਉਸਨੂੰ ਹੀਰੇ ਜਵਾਹਰਾਤ ਲੱਭ ਜਾਣੇ ਸੀ। ਉਸ ਤੋਂ ਬਾਅਦ ਉਸਦੇ ਖੇਤ ਵੀ ਠੀਕ ਹੋ ਗਏ। ਉਸ ਤੋਂ ਬਾਅਦ ਉਸਨੇ ਘਰ ਬਣਾ ਲਿਆ, ਉਸਨੇ ਵਿਆਹ ਕਰ ਲਿਆ, ਸਭ ਕੁਛ ਠੀਕ ਠਾਕ ਹੋ ਗਿਆ। ਪਰ ਇਸ ਕਹਾਣੀ ਦੇ ਰਾਹੀਂ ਕਹਾਣੀਕਾਰ ਸਾਨੂੰ ਕਿਹੜੀ ਸਿੱਖਿਆ ਦੇਣੀ ਚਾਹੁੰਦਾ ਹੈ? ਕਹਾਣੀਕਾਰ ਸਾਨੂੰ ਦੱਸਣਾ ਚਾਹੁੰਦਾ ਹੈ ਕਿ ਜੇ ਤੁਹਾਡੇ ਕੋਲ ਬਹੁਤ ਜ਼ਿਆਦਾ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਨਿਯਮਤਾਂ ਨੇ ਤਾਂ ਉਹਨਾਂ ਦੇ ਵਿੱਚੋਂ ਲੋੜਵੰਦ ਲੋਕਾਂ ਨੂੰ ਦਾਨ ਕਰੋ, ਪੁੰਨ ਕਰੋ। ਕਿਸੇ ਗਰੀਬ ਮਸਕੀਨ ਦੀ ਬਾਂਹ ਜ਼ਰੂਰ ਫੜੋ। ਜਿਹੜਾ ਦਰ 'ਤੇ ਚੱਲ ਕੇ ਆਇਆ ਉਸ ਨੂੰ ਖਾਲੀ ਨਾ ਮੋੜੋ। ਕਦੀ ਵੀ ਕਿਸੇ ਨਾਲ ਲੜੋ ਨਾ, ਕਦੀ ਵੀ ਕਿਸੇ ਦਾ ਅਪਮਾਨ ਨਾ ਕਰੋ। ਜੇ ਤੁਹਾਡੇ ਕੋਲ ਕੁਛ ਵੀ ਨਹੀਂ ਤਾਂ 4 ਪਿਆਰ ਦੇ ਬੋਲ ਬੋਲ ਕੇ ਉਸ ਨੂੰ ਮੋੜ ਦਿਓ, ਪਰ ਉਸ ਨੂੰ ਕੌੜਾ ਬੋਲ ਨਾ ਬੋਲੋ, ਅਪਮਾਨਿਤ ਨਾ ਕਰੋ। ਨਹੀਂ ਤਾਂ ਕਈ ਪੁਸ਼ਤਾਂ ਇੱਕ ਮਾੜੇ ਸ਼ਬਦ ਦਾ ਮੁੱਲ ਧਾਰਦਿਆਂ ਲੰਘ ਜਾਂਦੀਆਂ ਨੇ।